Today we are going to discuss about the subject elements of electrical and electronics engineering, and the today's topic is generation of alternating voltage and current, how it is generated. So इस पिक्चर ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ कि I have a magnet, these are magnets, ठीक है जी, and there is armature in between these magnets. Armature means a bunch of coils which are rotating within the magnets. So there are slips in the ends, at the ends, which are used to draw the current which we are going to generate it. Okay, so ਆਪਾਂ ਪੜ੍ਹਿਆ ਆ ਫੈਰਾਡੇ ਲਾਅ, ਠੀਕ ਹੈ ਜੀ। ਫੈਰਾਡੇ ਲਾਅ ਦੇ ਵਿੱਚ ਕੀ ਦੇਖਿਆ ਆਪਾਂ ਕਿ ਜਦੋਂ ਕੋਇਲ, ਠੀਕ ਹੈ ਜੀ, ਨੂੰ ਰੋਟੇਟ ਕਰਦੇ ਆ ਮੈਗਨੈਟਿਕ ਫੀਲਡ ਦੇ ਵਿੱਚ, ਉਹ ਕੀ ਕਹਿੰਦਾ ਆ ਕਿ ਜਦੋਂ ਮੈਗਨੈਟਿਕ ਲਾਈਨਸ ਆਫ ਫੋਰਸ ਕੱਟ ਕਰਦੇ ਆ ਤਾਂ ਕੰਡਕਟਰ ਦੇ ਅੰਦਰ EMF ਇੰਡਿਊਸ ਹੁੰਦਾ ਆ, ਠੀਕ ਹੈ ਜੀ। ਹੁਣ ਆਪਾਂ ਇਹਦੇ ਵਿੱਚ ਕੀ ਕਰਦੇ ਪਏ ਆ, ਆਪਾਂ ਆਰਮੇਚਰ ਨੂੰ ਰੋਟੇਸ਼ਨ ਪ੍ਰੋਵਾਈਡ ਕਰ ਰਹੇ ਹਾਂ। ਆਰਮੇਚਰ ਜੋ ਕੋਇਲ ਆ, ਆਰਮੇਚਰ ਮੀਨਸ ਜੋ ਕੋਇਲਸ ਆ, ਬੰਚ ਆਫ ਕੋਇਲਸ ਆ, ਉਹਨਾਂ ਨੂੰ ਕੀ ਆ, ਰੋਟੇਸ਼ਨ ਪ੍ਰੋਵਾਈਡ ਕਰਦੇ ਪਏ ਆ। ਜਦੋਂ ਆਪਾਂ ਰੋਟੇਟ ਕਰਦੇ ਆ ਤਾਂ ਜੋ ਮੈਗਨੇਟ ਆ, ਮੈਗਨੇਟ ਕੀ ਸਟੈਟਿਕ ਪੋਜੀਸ਼ਨ 'ਤੇ ਆ, ਮੈਗਨੇਟ ਨਹੀਂ ਰੋਟੇਟ ਕਰ ਰਹੇ, ਮੈਗਨੇਟ ਆਪਣੀ ਜਗ੍ਹਾ 'ਤੇ ਫਿਕਸ ਆ। ਆਰਮੇਚਰ ਨੂੰ ਆਪਾਂ ਰੋਟੇਟ ਕਰ ਰਹੇ ਹਾਂ। ਜਦੋਂ ਆਰਮੇਚਰ ਨੂੰ ਰੋਟੇਟ ਕਰਾਂਗੇ ਤਾਂ ਜਿਹੜੇ ਕੰਡਕਟਰ ਆ ਉਹ ਮੈਗਨੈਟਿਕ ਲਾਈਨਸ ਆਫ ਫੋਰਸ, ਮਤਲਬ ਮੈਗਨੈਟਿਕ ਫੀਲਡ ਨੂੰ ਕੱਟ ਕਰੂਗੇ। ਜਦੋਂ ਮੈਗਨੈਟਿਕ ਫੀਲਡ ਨੂੰ ਕੱਟ ਕਰੂਗੇ, ਫੈਰਾਡੇ ਕੀ ਕਹਿੰਦਾ, EMF ਇਜ਼ ਇੰਡਿਊਸਡ। EMF ਉਹਦੇ ਵਿੱਚ ਕੀ ਆ, ਇੰਡਿਊਸ ਹੋ ਜਾਂਦਾ ਆ, ਠੀਕ ਆ ਜੀ। ਉਹ ਜਿਹੜਾ EMF ਆਰਮੇਚਰ ਵਿੱਚ ਇੰਡਿਊਸ ਹੋ ਰਿਹਾ ਆ, ਉਹਨੂੰ ਹੀ ਆਪਾਂ ਸਲਿਪਸ, ਠੀਕ ਆ ਜੀ, ਬੁਸ਼ਿਸ ਦੀ ਹੈਲਪ ਦੇ ਨਾਲ, ਸਲਿਪਸ ਹੁੰਦੀਆਂ ਆ, ਬੁਸ਼ਿਸ ਹੁੰਦੀਆਂ ਆ, ਠੀਕ ਆ ਜੀ, ਕਮੂਟੇਟਰ ਵੀ ਹੁੰਦਾ ਆ, ਠੀਕ ਆ, ਕਮੂਟੇਟਰ ਉੱਪਰ ਬੁਸ਼ਿਸ ਲੱਗਦੇ ਆ, ਉੱਥੋਂ ਕੀ ਆਪਾਂ ਉਹਨੂੰ ਕੀ ਡਰਾ ਕਰ ਲੈਂਦੇ ਆ ਕਰੰਟ ਨੂੰ, ਠੀਕ ਆ ਜੀ। ਸੋ ਡਰਾ ਆਪਾਂ ਬਾਹਰ ਕਰਕੇ ਫਿਰ ਆਪਾਂ ਉਹਨੂੰ ਅੱਗੇ ਸਪਲਾਈ ਕਰਦੇ ਹਾਂ, ਉਹਨੂੰ ਟਰਾਂਸਫਾਰਮ ਕਰਦੇ ਹਾਂ ਫਰੋਮ ਵਨ ਲੋਕੇਸ਼ਨ ਟੂ ਦਾ ਅਦਰ ਲੋਕੇਸ਼ਨ, ਠੀਕ ਆ ਜੀ। ਜਿਸ ਤਰ੍ਹਾਂ ਡੈਮ ਆ, ਡੈਮ ਦੇ ਵਿੱਚ ਕੀ ਆ, ਡੈਮ ਦੇ ਵਿੱਚ ਇੱਕ ਟਰਬਾਈਨ ਆ ਜੋ ਰੋਟੇਟ ਹੋ ਰਹੀ ਆ, ਠੀਕ ਆ। ਡੈਮ ਵੀ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਆ। ਜੇ ਇੱਕ ਤੁਹਾਡਾ ਥਰਮਲ ਪਲਾਂਟ ਹੁੰਦਾ ਆ ਜਿਹਦੇ ਵਿੱਚ ਆਪਾਂ ਸਟੀਮ ਦੀ ਹੈਲਪ ਦੇ ਨਾਲ ਰੋਟੇਟ ਕਰਦੇ ਹਾਂ ਟਰਬਾਈਨਸ ਨੂੰ। ਇੱਕ ਤੁਹਾਡਾ ਪਲਾਂਟ ਹੁੰਦਾ ਆ ਹਾਈਡਰੋ ਪਲਾਂਟ ਦੇ ਵਿੱਚ ਆਪਾਂ ਵਾਟਰ ਦੀ ਹੈਲਪ ਦੇ ਨਾਲ ਟਰਬਾਈਨ ਨੂੰ ਰੋਟੇਟ ਕਰਦੇ ਹਾਂ। ਹੁਣ ਜੋ ਟਰਬਾਈਨ ਰੋਟੇਟ ਹੁੰਦੀ ਆ ਉਹਦੇ ਨਾਲ ਆਪਾਂ ਆਰਮੇਚਰ ਨੂੰ ਕੀ ਕਰਦੇ ਹਾਂ, ਉਹਨੂੰ ਕੰਬਾਈਨ ਕਰਦੇ ਹਾਂ, ਉਹਦੇ ਨਾਲ ਜੋੜਦੇ ਹਾਂ ਆਪਾਂ, ਠੀਕ ਆ ਜੀ, ਆਰਮੇਚਰ ਨੂੰ, ਅਤੇ ਆਰਮੇਚਰ ਰੋਟੇਸ਼ਨ ਪ੍ਰੋਵਾਈਡ ਕਰਦੇ ਹਾਂ। ਹੁਣ ਜਿਹੜੀ ਆਰਮੇਚਰ ਰੋਟੇਸ਼ਨ ਮਿਲਦੀ ਪਈ ਆ ਉਹ ਟਰਬਾਈਨ ਦੇ ਥਰੂ ਮਿਲਦੀ ਪਈ ਆ। ਹੁਣ ਇਹ ਜੋ ਰੋਟੇਟ ਕਰ ਰਿਹਾ ਆ, ਇਹਦੇ ਨਾਲ ਕੀ ਆ, EMF ਜਿਹੜਾ ਜਨਰੇਟ ਹੋ ਰਿਹਾ ਆ ਉਹ ਅੱਗੇ ਆਪਾਂ ਟਰਾਂਸਮਿਟ ਕਰਦੇ ਹਾਂ ਵਿਦ ਦਾ ਹੈਲਪ ਆਫ ਟਰਾਂਸਫਾਰਮਰ। ਪਹਿਲਾਂ ਟਰਾਂਸਫਾਰਮਰ ਦੀ ਹੈਲਪ ਦੇ ਨਾਲ ਉਹਨੂੰ ਆਪਾਂ ਸਟੈਪ ਅਪ ਕਰਦੇ ਹਾਂ, ਫਿਰ ਅੱਗੇ ਆਪਾਂ ਉਹਨੂੰ ਡਿਸਟਰੀਬਿਊਟ ਕਰਦੇ ਹਾਂ, ਸਟੈਪ ਡਾਊਨ ਕਰਦੇ ਤੁਹਾਡੇ ਘਰਾਂ ਤੱਕ ਪਹੁੰਚਦਾ ਆ, ਠੀਕ ਆ ਜੀ। ਸੋ ਇਸ ਤਰੀਕੇ ਦੇ ਨਾਲ ਇਹ ਸਭ ਕੁਝ ਜਨਰੇਸ਼ਨ ਚੱਲਦੀ ਆ। ਸੋ ਇਹਦੇ ਵਿੱਚ ਕੀ ਆ, ਹੁਣ ਇਹਦੇ ਵਿੱਚ ਆਪਾਂ ਜਨਰੇਸ਼ਨ ਕਿਸ ਤਰ੍ਹਾਂ ਹੋ ਰਹੀ ਆ, ਠੀਕ ਆ ਜੀ। ਸਾਈਨ ਕਰਵ ਤੁਸੀਂ ਦੇਖਿਆ ਹੋਣਾ, ਆਪਾਂ ਜਿਹੜੀ ਅਲਟਰਨੇਟਿੰਗ ਕਰੰਟ ਆ ਉਹਨੂੰ ਆਪਾਂ ਸਾਈਨ ਵੇਵ ਦੇ ਨਾਲ ਜਨਰੇਟ ਕਰਦੇ ਹਾਂ। ਆਹ ਸਾਈਨ ਵੇਵ ਬਣੀ ਕਿੱਦਾਂ ਆ, ਠੀਕ ਆ ਜੀ, ਜਨਰੇਟ ਕਿੱਦਾਂ ਹੁੰਦਾ ਆ, ਮੈਕਸਿਮਮ ਵੈਲਿਊ ਕਦੋਂ ਮਿਲਦੀ ਆ ਸਾਨੂੰ, ਮਿਨੀਮਮ ਵੈਲਿਊ ਕਦੋਂ ਹੁੰਦੀ ਆ, ਜ਼ੀਰੋ ਕਦੋਂ ਹੁੰਦੀ ਆ, ਇਹ ਸਭ ਗੱਲਾਂ ਸਾਨੂੰ ਆਪਾਂ ਇਹਦੇ ਵਿੱਚ ਸਮਝਾਂਗੇ, ਠੀਕ ਆ ਜੀ। ਸੋ ਆਪਾਂ ਦੇਖਦੇ ਹਾਂ ਇਹਨੂੰ ਡਿਸਕਰੀਟ ਸਟੈਪਸ ਦੇ ਵਿੱਚ ਤੋੜਦੇ ਹਾਂ, ਠੀਕ ਆ ਜੀ। ਪਹਿਲਾਂ ਆਪਾਂ 90 ਡਿਗਰੀ ਦੇਖਾਂਗੇ। ਇਹ ਪੂਰਾ ਜਿਹੜਾ ਇੱਕ ਸਾਈਕਲ ਆ 360 ਡਿਗਰੀ 'ਚ ਬਣਦਾ ਆ, ਠੀਕ ਆ ਜੀ। ਇੱਥੇ ਆ ਗਏ 0, ਇੱਥੇ ਆ ਗਿਆ ਤੁਹਾਡਾ 90 ਡਿਗਰੀ, ਆਹ ਸੈਂਟਰ ਵਿੱਚ ਆ ਗਿਆ 180 ਡਿਗਰੀ, ਉਸ ਤੋਂ ਬਾਅਦ ਇੱਥੇ ਆ ਗਿਆ ਤੁਹਾਡਾ 270 ਡਿਗਰੀ, ਠੀਕ ਹੈ ਜੀ। ਇੱਥੇ ਆ ਗਿਆ ਤੁਹਾਡਾ 360 ਡਿਗਰੀ। ਸੋ ਇਸ ਤਰ੍ਹਾਂ ਇਹ ਡਿਸਕਰੀਟ ਪੁਆਇੰਟਸ ਦੇ ਵਿੱਚ ਟੁੱਟਦਾ, ਡਿਸਕਰੀਟ ਸਟੈਪਸ ਦੇ ਵਿੱਚ ਟੁੱਟਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹ ਜਨਰੇਟ ਹੁੰਦੀ ਪਈ ਹੈ ਕਰਵ। ਹਾਂਜੀ, ਆਹ ਦੇਖੋ ਹੁਣ ਇਹਦੇ ਵਿੱਚ ਕੀ ਆ, ਉੱਪਰ ਦੱਸਦਾ ਪਿਆ ਆ ਤੁਹਾਨੂੰ ਕਿ ਪੋਜੀਸ਼ਨ ਕੀ ਆ ਆਰਮੇਚਰ ਦੀ, ਲਾਈਨਸ, ਆਹ ਲਾਈਨਸ ਸ਼ੋਅ ਕਰ ਰਹੀਆਂ ਆ ਮੈਗਨੈਟਿਕ ਫੀਲਡ, ਅਤੇ ਆਹ ਜਿਹੜਾ ਸੈਂਟਰ ਦੇ ਵਿੱਚ ਆਹ ਜਿਹੜਾ ਸ਼ੋਅ ਕਰਦਾ ਪਿਆ ਇਹ ਤੁਹਾਡਾ ਕੋਇਲ ਦੀ ਪੋਜੀਸ਼ਨ ਸ਼ੋਅ ਕਰਦਾ ਪਿਆ ਕਿ ਕਿਸ ਪੋਜੀਸ਼ਨ ਦੇ ਉੱਤੇ ਆ, ਠੀਕ ਆ ਜੀ। ਹੁਣ ਤੁਸੀਂ ਆਪ ਸੋਚੋ, ਜਿਸ ਡਾਇਰੈਕਸ਼ਨ ਦੇ ਵਿੱਚ ਮੈਗਨੈਟਿਕ ਫੀਲਡ ਆ ਉਸੇ ਡਾਇਰੈਕਸ਼ਨ ਦੇ ਵਿੱਚ ਜੇ ਕੋਇਲ ਆ ਜਾਵੇ ਤਾਂ ਐਂਗਲ ਕੀ ਹੋਊਗਾ, ਠੀਕ ਆ ਜੀ। ਅਤੇ ਜਦੋਂ ਉਹਦੇ ਵਰਟੀਕਲ ਆ ਤਾਂ ਐਂਗਲ ਕੀ ਹੋਊਗਾ,
ठीक आ। सो ये चीज़ां सानू ये पता लगणगियां कि किस पॉइंट जो पोजीशन कित्थे उहदी पोजीशन जो मैक्सिमम सानू EMF इंड्यूस हुंदा उहदी पोजीशन कित्थे आ, ठीक है जी। जो मिनीमम हुंदा उहदी पोजीशन कित्थे आ, इत्थों सानू ये पता लगेगा, ठीक है जी। सो आपां स्टार्ट करते हैं। सो पहला इत्थे पोजीशन की दसी हुई है वर्टिकल, ठीक है जी। वर्टिकल पोजीशन दसी हुई आ, ठीक आ। मैगनैटिक लाइनस ऑफ फोर्स आ वो आर्मेचर दे विच की आ सिर्फ हले पास आउट हो रही हैं, ठीक है जी। उन्होंने कट नहीं कर रही, जिहदे करके की आ उहदे विच कोई भी EMF इंड्यूस नहीं हो रही। कट जो करूगी उदों ही उहदे विच EMF इंड्यूस होगा, अदरवाइज उहदे विच EMF इंड्यूस नहीं होगा। सो वर्टिकल पोजीशन दे विच की आ, ठीक है जी। ये सिर्फ लाइनस पास कर रही हैं पर उन्होंने कट नहीं कर रही, ठीक है। रिज्यूम करके चलते हैं। यदी इनिशियल स्टेज आ, इनिशियल पोजीशन आ, इनिशियल पोजीशन दे विच की आ, ठीक है जी। कोई EMF इंड्यूस नहीं हो रहा, एंगल की है 0। सो इत्थे की आ इस पॉइंट पर आप आ गए, हले EMF इंड्यूस नहीं हो रहा, ठीक है जी। अगे देखते हैं ਜਦੋਂ ਕੀ ਆ ਇਹਨੂੰ रोटेट किया ਆਪਾਂ, ਇਹ रोटेट कर लिया। सपोज ਆਪਾਂ ਇਹਨੂੰ रोटेट करते पे इन एंटी क्लॉकवाइज डायरैक्शन, एंटी क्लॉकवाइज डायरैक्शन ਦੇ ਵਿੱਚ ਇਹਨੂੰ मैं रोटेट करता ਪਿਆ सपोज, ठीक है जी। ਇਹਨੂੰ रोटेट किया, ਹੁਣ ਜਿਹੜੀ मैगनैटिक लाइन्स ऑफ फोर्स कट करूगीਆਂ, जिद्दां जिद्दां ਇਹ रोटेट ਹੁੰਦਾ 90 डिग्री ਵੱਲ आ जाऊगा, जिद्दां ਹੁਣ आ पोजीशन है ਇਹਦੀ, ठीक है जी। इस तरह की ਹੁਣ स्ट्रेट हो गया 90 डिग्री पोजीशन पर आ गया। तो ਹੁਣ ਕੀ ਆ ये 90 डिग्री जो पोजीशन पर आ गया, तो मतलब उपरों लैके नीचे तक एंटी क्लॉकवाइज आंदे आंदे इन्हें की है मैगनैटिक लाइन्स ऑफ फोर्स को कट किया। जो कट किया तो वो की पैदा होया EMF, मतलब करंट पैदा होया। करंट पैदा होया तो जी कर्व आ बननी स्टार्ट हो गई, ठीक है। कितने तक बनी है, इत्थे तक मैक्सिमम वैल्यू, क्योंकि सब तो ज़्यादा ਜਿਹੜਾ मैगनैटिक लाइन्स ऑफ फोर्स कट करूगी जो इस पोजीशन पे होगा, सब तो ज़्यादा इस पोजीशन पे कट करूगी, ठीक है जी। कंडक्टर सब तो ज़्यादा लिंक इस पोजीशन पे होगा। सो वो करके की आ 90 डिग्री ते की आ सानू मैक्सिमम करंट की वैल्यू मिलती पई है। इधर पासे की दसदा पिया EMF इंड्यूस मतलब करंट की वैल्यू, इधरले पासे की दसदा पिया एंगल इस पोजीशन के उत्ते प्रेजेंट आ, ठीक है जी। हुण अगला देखते हैं। अगे जाके फिर इन्हें की किया रोटेट किया, एंटी क्लॉकवाइज रोटेट होंदा 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 ये की हो गया फिर उस पोजीशन पर आ गया जो पहली वाली पोजीशन आ, ठीक है। इत्थे सीगा, इत्थों रोटेट होंदा होंदा इत्थे आ गया, ठीक है जी। सो इस पोजीशन पर फिर आ गया, हुण फिर स्टेट पोजीशन आ गई। स्टेट पोजीशन पर की सीगा 0, ठीक है जी। 0 का मतलब की आ बिल्कुल रैफरेंस पॉइंट पर आ गया। रैफरेंस पॉइंट पर आ गया मतलब ਇਹਦਾ हौली हौली लैवल घटता जाना इन्हें फिर की आ जाना 0 पोजीशन पर आ जाना, ठीक है जी। इत्थे की है EMF इंड्यूस एकदम की हो गया 0 हो गई, EMF इंड्यूस की हो गई एकदम 0 हो गई, ठीक है जी। जो रैफरेंस लाइन आ, रैफरेंस लाइन तो ऊपर जाऊगा तो करंट की वैल्यू मिलूगी, रैफरेंस लाइन तो नीचे जाऊगा तो करंट की वैल्यू मिलूगी, रैफरेंस लाइन के उत्ते जे आ गई तो कोई करंट की वैल्यू नहीं मिलूगी सानू, ठीक है जी, 0 होगी। सो इत्थे की आ गया साडे कोल 0, मतलब ये EMF इंड्यूस सानू नहीं मिल रहा सानू, ठीक है जी। सो इधर दा वैल्यू यदि कर दी गई, करंट की वैल्यू रिड्यूस होती गई, रैफरेंस पॉइंट पर आके 180 डिग्री पर आके एक ही हो गया 0 हो गया। हुण नैक्सट की किया फिर एंटी क्लॉकवाइज रोटेट किया, फिर एंटी क्लॉकवाइज रोटेट किया, फिर वो हॉरिजॉन्टल पोजीशन आ गई, मतलब मैक्सिमम लाइन्स ऑफ फोर्स कट कीतियां। जो मैक्सिमम लाइन्स ऑफ फोर्स कट कीतियां हुण देखो यदी रोटेशन की आ, ठीक है जी। वो हुण की जी कट करती पई हुण ओपोजिट साइड पर कट करती पई, जिहदे करके कि पोलैरिटी इहदी चेंज हो गई है, ठीक है जी। मैं तुहानूं दस्सिया सी ना नॉर्थ साउथ, साउथ नॉर्थ, ठीक है ना। सो इस ढंग के नाल जदों डायरैक्शन चेंज हो जाती है, ठीक है, तो वो पोलैरिटी भी चेंज हो जाती है। सो इत्थे पोलैरिटी चेंज हो गई है, ये नैगेटिव पोलैरिटी है, ठीक है। सो मैक्सिमम करंट मिलूगा पर नैगेटिव पोलैरिटी के मिलूगा। इत्थे आ गए आप 270 डिग्री ते सानू आ पोजीशन आ, ये पोजीशन के उत्ते की है मैक्सिमम EMF इंड्यूस हो रहा है। फिर की फिर रोटेट होया, फिर उस स्टेट पोजीशन पर आ गया। जिद्दां जिद्दां स्टेट पोजीशन पर आंदा गया उदा उदा ये रैफरेंस लाइन में चला गया, रैफरेंस लाइन में चला गया, उत्थे EMF इंड्यूस की वैल्यू 360 डिग्री पर जाके की हो गई यदि 0 हो गई, ठीक है। EMF इंड्यूस कितना होया 0। सो की आ कहने का मतलब की आ जदों ये हॉरिजॉन्टल पोजीशन पर आ, इन द एंड की आप कहांगे जे हॉरिजॉन्टल पोजीशन पर आ मतलब वर्टिकल तो हॉरिजॉन्टल पोजीशन वाल जे आंदा गया तो फिर की है मैगनैटिक लाइन्स ऑफ फोर्स मैक्सिमम कट करूगी, जिन्ना ज़्यादा कट करूगी, ठीक है, उन्ना ही करंट की वैल्यू सानू मतलब EMF की वैल्यू सानू ज़्यादा मिलूगी, ठीक है जी। आ दोनों केसेस दे विच EMF की वैल्यू सानू मैक्सिमम मिलती पई आ। बाकी केसेस दे विच की आ 0 आ, इत्थे भी 0 आ, 180 ते भी 0 आ, 360 ते भी 0 आ, ठीक है जी। बस ये देखना कि कट मैगनैटिक लाइन्स ऑफ फोर्स कट कित्थे करदी पई, किस पोजीशन ते होगा, कट ज़्यादा कित्थे करूगी, बस ये चीज़ नूं आपां चैक करना है, ठीक है जी। सो इस ढंग दे नाल जनरेशन हुंदी है तो ये साडी साइन कर्व इस तरह जनरेट हुई है, ठीक है जी। सो नैक्सट इज़ इक्वेशन ऑफ EMF।
EMF ਦੀ ਇਕੁਏਸ਼ਨ ਹੁਣ ਜੇ ਮੈਂ ਤੁਸੀਂ ਮੇਰੇ ਤੋਂ ਪੁੱਛੋ ਕਿ ਸਰ ਆਪਾਂ ਕਿੰਨਾ EMF ਜਨਰੇਟ ਕੀਤਾ ਆ, ਠੀਕ ਆ ਜੀ, ਕਿੰਨੀ ਉਹਦੀ ਅਮਾਊਂਟ ਹੈਗੀ ਆ, ਤਾਂ ਉਹਦੇ ਲਈ ਇੱਕ ਫਾਰਮੂਲਾ ਹੈਗਾ ਆ, ਉਹ ਫਾਰਮੂਲਾ ਡਰਾਈਵ ਕੀਤਾ ਗਿਆ ਆ, ਠੀਕ ਆ। ਸੋ ਇਹ ਸਿੱਧਾ ਤੁਸੀਂ ਫਾਰਮੂਲਾ ਯਾਦ ਕਰ ਲਓ। ਜੇ ਕਰੰਟ ਦੀ ਗੱਲ ਕਰ ਰਿਹਾ ਆ, ਠੀਕ ਆ ਜੀ, EMF ਦੀ ਗੱਲ ਕਰ ਰਿਹਾ ਆ, ਤਾਂ ਸਮਾਲ ਈ ਦੇ ਨਾਲ ਸਮਾਲ ਈ ਨਾਲ ਜਨਰੇਟ ਕਰਦੇ ਆ। ਜੇ ਕਰੰਟ ਦੀ ਵੈਲਿਊ ਕਰਦਾ ਤਾਂ ਸਮਾਲ ਆਈ ਦੇ ਨਾਲ ਆਪਾਂ ਉਹਨੂੰ ਲਿਖਦੇ ਆ, ਠੀਕ ਆ ਜੀ। ਸੋ ਫਾਰਮੂਲਾ ਕੀ ਹੈਗਾ ਆ, IM sin omega t ਜਾਂ IM sin ਥੀਟਾ। E ਦੀ ਹੈਗੀ ਆ EM sin ਥੀਟਾ। IM ਤੇ EM ਕੀ ਆ, ਮੈਕਸਿਮਮ ਵੈਲਿਊ ਆਫ ਕਰੰਟ, ਮੈਕਸਿਮਮ ਵੈਲਿਊ ਆਫ EMF ਇੰਡਿਊਸਡ, ਠੀਕ ਆ ਜੀ। ਸੋ ਉਹਦੇ ਬਾਰੇ ਆ, ਠੀਕ ਆ। ਸੋ ਆ ਤੁਹਾਡਾ ਓਮੇਗਾ ਟੀ ਆ, ਐਂਗੂਲਰ ਕਿੰਨੇ ਜਿਹੜੀ ਰੋਟੇਸ਼ਨ ਹੋ ਰਹੀ ਹੈ, ਐਂਗੂਲਰ ਰੋਟੇਸ਼ਨ, ਉਹਦੇ ਬਾਰੇ ਦੱਸ ਰਿਹਾ। ਟੀ ਟਾਈਮ ਦੇ ਕਿੰਨੇ ਟਾਈਮ ਦੇ ਵਿੱਚ ਕੀਤੀ ਆ। ਸੋ ਥੀਟਾ ਆਪਾਂ ਲਿਆ ਸੀਗਾ ਸਿੰਪਲ, ਠੀਕ ਆ। ਥੀਟਾ ਨੂੰ ਆਪਾਂ ਇਕੁਅਲ ਟੂ ਓਮੇਗਾ ਟੀ ਵੀ ਕਿੰਨੇ ਆਪਾਂ, ਠੀਕ ਆ ਜੀ। ਉਹਨਾਂ ਆਪਾਂ ਫਾਰਮੂਲਾ ਹੈ, ਉਹ ਆਪਾਂ ਜੇ ਐਂਗੂਲਰ ਸਾਨੂੰ ਦਿੱਤੀ ਹੋਈ ਆ, ਐਂਗੂਲਰ ਮੂਵਮੈਂਟ ਦਿੱਤੀ ਹੋਈ, ਤਾਂ ਆਪਾਂ ਉਹਨਾਂ ਆਪਾਂ ਕੈਲਕੂਲੇਟ ਕਰ ਸਕਦੇ ਹਾਂ, ਠੀਕ ਆ ਜੀ। ਸੋ ਨੈਕਸਟ ਇਜ਼ ਕੁਛ ਇੰਪੋਰਟੈਂਟ ਟਰਮਸ ਆ ਇਸ ਵੇਵ ਦੇ ਅਕੋਰਡਿੰਗ, ਠੀਕ ਆ ਜੀ, ਜੋ ਆਪਾਂ ਸਾਈਨ ਵੇਵ ਜਨਰੇਟ ਕੀਤੀ ਆ। ਸੋ ਸਭ ਤੋਂ ਪਹਿਲਾਂ ਕੀ ਹੈਗੀ ਆ, ਵੇਵ ਫਾਰਮ ਕੀ ਆ, the shape of the curve obtained by plotting the instantaneous value of the alternating quantity ਕਰੰਟ ਵੀ ਹੋ ਸਕਦਾ, ਵੋਲਟੇਜ ਵੀ ਹੋ ਸਕਦਾ ਹੈ। ਸਮਾਲ e ਨੂੰ ਆਪਾਂ ਵੋਲਟੇਜ ਵੀ ਕਹਿੰਦੇ ਆ, ਕਰੰਟ ਵੀ ਕਹਿੰਦੇ ਆ। ਕਰੰਟ I ਸਮਾਲ I ਨੂੰ ਆਪਾਂ ਕਰੰਟ ਲਿਖਦੇ ਆ, ਠੀਕ ਆ ਜੀ। V ਨੂੰ ਵੋਲਟੇਜ ਵੀ ਲਿਖਦੇ ਆ। E ਨੂੰ ਵੀ ਆਪਾਂ EMF ਜਿੰਨੀ ਪੈਦਾ ਹੋਈ ਆ, EMF ਵੋਲਟੇਜ, ਠੀਕ ਆ ਜੀ, ਉਹਨੂੰ ਆਪਾਂ ਉਸ ਤਰ੍ਹਾਂ ਢੰਗ ਨਾਲ ਵੀ ਲਿਖਦੇ ਆ, ਠੀਕ ਆ ਜੀ। ਸੋ ਅਲਟਰਨੇਟਿੰਗ ਕੁਆਂਟਿਟੀ ਦੇ ਵਿੱਚ ਵੋਲਟੇਜ ਕਰੰਟ ਦੋਨੋਂ ਆ ਜਾਂਦੀਆਂ ਆ, ਠੀਕ ਆ। ਅਲੋਂਗ ਵਾਈ ਐਕਸਿਸ ਐਂਡ ਟਾਈਮ ਔਰ ਐਂਗਲ ਅਲੋਂਗ ਐਕਸ ਐਕਸਿਸ, ਜਿੱਦਾਂ ਮੈਂ ਤੁਹਾਨੂੰ ਪਿੱਛੇ ਮੈਂ ਦਿਖਾਇਆ ਹੀ ਹੈ ਸਾਈਨ ਕਰਵ ਜਿਹੜੀ ਆਪਾਂ ਵੇਵ ਫਾਰਮ ਕੀਤੀ ਆ, ਠੀਕ ਆ ਜੀ। ਸੋ ਕੀ ਆ ਨੈਕਸਟ ਕੀ ਆ ਸਾਡਾ ਇੰਸਟੈਂਟੇਨੀਅਸ ਵੈਲਿਊ ਕੀ ਆ, ਜਿਹੜੀ ਐਟ ਐਨੀ ਇੰਸਟੈਂਟ ਆਪਾਂ ਕਿਸੇ ਦੀ ਵੈਲਿਊ ਸਾਨੂੰ ਪਤਾ ਲੱਗ ਸਕਦੀ ਹੈ। ਜਦੋਂ ਕੋਈ ਕਰਵ ਆਪਾਂ ਆਪਾਂ ਕਰਵ ਜਨਰੇਟ ਕੀਤੀ ਸੀਗੀ, ਠੀਕ ਆ ਜੀ। ਜੇ ਤੁਸੀਂ ਕਹੋ ਕਿ ਸਰ ਇਸ ਪੋਜੀਸ਼ਨ ਦੇ ਉੱਤੇ ਆ ਪੁਆਇੰਟ O ਲੈ ਲੈਣੇ ਆ, ਇਸ ਪੁਆਇੰਟ O ਦੇ ਉੱਤੇ ਮਤਲਬ ਵੈਲਿਊ ਕੀ ਹੈਗੀ ਆ, ਠੀਕ ਆ। ਸੋ ਵੈਲਿਊ ਜੋ ਮੈਂ ਉਹ ਕਿਸੇ ਵੀ ਪੁਆਇੰਟ ਦੇ ਉੱਤੇ ਕਿਸੇ ਵੀ ਇੰਸਟੈਂਟ ਦੇ ਵਿੱਚ ਆਪਾਂ ਜੇ ਵੈਲਿਊ ਮੈਂ ਪਤਾ ਕਰਨੀ ਹੋਵੇ, ਠੀਕ ਆ ਜੀ, ਤਾਂ ਜੇ ਇੰਸਟੈਂਟਲੀ ਪਤਾ ਕਰਨੀ ਹੋਵੇ ਆਪਾਂ ਉਸ ਵੈਲਿਊ, ਤਾਂ ਉਹਨੂੰ ਆਪਾਂ ਇੰਸਟੈਂਟੇਨੀਅਸ ਵੈਲਿਊ ਕਹਿੰਦੇ ਆਪਾਂ, ਠੀਕ ਆ ਜੀ। ਸੋ ਇਹਦੇ ਵਿੱਚ ਆਪਾਂ ਇੰਸਟੈਂਟੇਨੀਅਸ ਵੈਲਿਊ ਦੀ ਆਪਾਂ ਉਹ ਦੇਖ ਲਈਏ ਡੈਫੀਨੇਸ਼ਨ। ਦ ਵੈਲਿਊ ਆਫ ਐਨ ਅਲਟਰਨੇਟਿਵ ਕੁਆਂਟਿਟੀ ਦੈਟ ਇਜ਼ ਵੋਲਟੇਜ ਔਰ ਕਰੰਟ ਐਟ ਐਨੀ ਇੰਸਟੈਂਟ, ਕਿਸੇ ਵੀ ਇੰਸਟੈਂਟ ਦੇ ਉੱਤੇ ਜੇ ਸਾਨੂੰ ਕੋਈ ਵੈਲਿਊ ਪਤਾ ਲੱਗਦੀ ਆ, ਠੀਕ ਆ ਜੀ, ਆਪਾਂ ਵੈਲਿਊ ਦੇਖਦੇ ਹਾਂ, ਕੈਲਕੂਲੇਟ ਕਰਦੇ ਹਾਂ, ਤਾਂ ਉਹ ਸਾਡੀ ਕਿਹੜੀ ਆ, ਇੰਸਟੈਂਟੇਨੀਅਸ ਵੈਲਿਊ ਆ। ਅਤੇ ਆਪਾਂ ਡਿਨੋਟ ਕਿੱਦਾਂ ਕਰਦੇ ਹਾਂ ਇਹਨੂੰ, ਸਮਾਲ I ਦੇ ਨਾਲ ਅਤੇ ਸਮਾਲ E ਦੇ ਨਾਲ ਡਿਨੋਟ ਕਰਦੇ ਹਾਂ ਆਪਾਂ, ਠੀਕ ਆ ਜੀ। ਨੈਕਸਟ ਇਜ਼ ਸਾਈਕਲ ਕੀ ਆ, ਜਿੱਦਾਂ ਇੱਕ ਪਿੱਛੇ ਤੁਸੀਂ ਪੂਰੀ ਕਰਵ ਜਨਰੇਟ ਕੀਤੀ ਆ, ਉਹ ਕੀ ਆ, ਇੱਕ ਕੰਪਲੀਟ ਸਾਈਕਲ ਆ, ਠੀਕ ਆ ਜੀ। ਵਨ ਸਾਈਕਲ ਆ, ਠੀਕ ਹੈ। ਵਨ ਸਾਈਕਲ ਦੇ ਵਿੱਚ ਇੱਕ ਪੋਜ਼ੀਟਿਵ ਵੀ ਹੁੰਦਾ ਆ, ਪੋਲੈਰਿਟੀ ਵੀ ਹੁੰਦੀ ਹੈ ਅਤੇ ਨੈਗੇਟਿਵ ਪੋਲੈਰਿਟੀ ਵੀ ਹੁੰਦੀ ਆ, ਠੀਕ ਹੈ ਜੀ। ਸੋ ਉਹੀ ਹੈ ਸਾਈਕਲ ਦੀ ਡੈਫੀਨੇਸ਼ਨ ਕੀ ਆ, ਵੈਨ ਐਨ ਅਲਟਰਨੇਟਿਵ ਕੁਆਂਟਿਟੀ ਗੋਜ਼ ਥਰੂ ਅ ਕੰਪਲੀਟ ਸੈਟ ਆਫ ਪੋਜ਼ਿਟਿਵ ਐਂਡ ਨੈਗੇਟਿਵ ਵੈਲਿਊਜ਼ goes through 360 electrical degrees it is said to have completed one cycle, ਠੀਕ ਹੈ ਜੀ। ਇੱਕ ਪੋਜ਼ਿਟਿਵ ਅਤੇ ਨੈਗੇਟਿਵ ਨੂੰ ਮਿਲਾ ਕੇ ਇੱਕ ਸਾਈਕਲ ਬਣਦਾ ਹੈ, ਠੀਕ ਹੈ ਜੀ। ਨੈਕਸਟ ਇਜ਼ ਅਲਟਰਨੇਸ਼ਨ ਕੀ ਆ, 1/2 ਸਾਈਕਲ। ਜੇ ਇਕੱਲਾ ਪੋਜ਼ਿਟਿਵ ਸਾਈਕਲ ਲੈਣਾ ਆ, ਠੀਕ ਹੈ ਜੀ, ਉਹ ਕੀ ਆ, ਅਲਟਰਨੇਸ਼ਨ ਆ, ਠੀਕ ਹੈ ਜੀ। 180 ਡਿਗਰੀ ਤੱਕ ਜਿਹੜੀ ਆਪਾਂ ਵੈਲਿਊ ਲੈਂਦੇ ਆ, ਠੀਕ ਹੈ ਜੀ, ਉਹ ਸਾਨੂੰ ਅਲਟਰਨੇਸ਼ਨ ਡਿਨੋਟ ਕਰਦਾ। ਮਤਲਬ ਹਾਫ ਸਾਈਕਲ ਕਹਿ ਸਕਦੇ ਹਾਂ। ਹਾਫ ਸਾਈਕਲ ਨੂੰ ਆਪਾਂ ਕੀ ਕਹਿੰਦੇ ਆ, ਅਲਟਰਨੇਸ਼ਨ, ਠੀਕ ਹੈ ਜੀ। ਨੈਕਸਟ ਇਜ਼ ਟਾਈਮ ਪੀਰੀਅਡ, ਦ ਟਾਈਮ ਟੇਕਨ ਇਨ ਸੈਕਿੰਡ ਟੂ ਕੰਪਲੀਟ 1 ਸਾਈਕਲ। ਕਿੰਨੇ ਸੈਕਿੰਡ ਦੇ ਵਿੱਚ ਮਤਲਬ ਦ ਟਾਈਮ ਟੇਕਨ ਇਨ ਸੈਕਿੰਡਸ ਟੂ ਕੰਪਲੀਟ 1 ਸਾਈਕਲ, ਠੀਕ ਹੈ ਜੀ। ਇੱਕ ਸਾਈਕਲ ਨੂੰ ਕੰਪਲੀਟ ਕਰਨ ਦੇ ਵਿੱਚ ਕਿੰਨੇ ਸੈਕਿੰਡਸ ਲੱਗੇ ਆ, ਠੀਕ ਹੈ ਜੀ, ਉਹ ਕੀ ਹੈ, ਟਾਈਮ ਪੀਰੀਅਡ ਆ ਤੁਹਾਡੇ, ਠੀਕ ਹੈ ਜੀ। ਸੋ ਇਟ ਇਜ਼ ਡਿਨੋਟਡ ਬਾਈ ਕੈਪੀਟਲ T, ਇਹਨੂੰ ਕੈਪੀਟਲ T ਦੇ ਨਾਲ ਡਿਨੋਟ ਕਰਦੇ ਹਾਂ ਆਪਾਂ, ਠੀਕ ਹੈ ਜੀ। ਨੈਕਸਟ ਇਜ਼ ਫ੍ਰੀਕੁਐਂਸੀ, ਦ ਨੰਬਰ ਆਫ ਸਾਈਕਲਸ ਮੇਡ ਪਰ ਸੈਕਿੰਡ। ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਬਣਦੇ ਪਏ ਆ, ਠੀਕ ਹੈ ਜੀ। ਉੱਪਰ ਕੀ ਸੀਗਾ, ਇੱਕ ਸਾਈਕਲ, ਸਿਰਫ ਇੱਕ ਸਾਈਕਲ ਦੀ ਗੱਲ ਕੀਤੀ ਸੀ, ਕਿੰਨੇ ਸੈਕਿੰਡ 'ਚ ਬਣਦਾ ਆ, ਠੀਕ ਆ, ਉਹ ਟਾਈਮ ਟੇਕਨ ਆ, ਠੀਕ ਹੈ ਜੀ। ਫ੍ਰੀਕੁਐਂਸੀ ਕੀ ਆ ਕਿ ਨੰਬਰ ਆਫ ਸਾਈਕਲ ਪਰ ਸੈਕਿੰਡ, ਇੱਕ ਸੈਕਿੰਡ ਦੇ ਵਿੱਚ ਕਿੰਨੇ ਸਾਈਕਲ ਬਣਦੇ ਆ, ਉਹਨੂੰ ਕਹਿੰਦੇ ਫ੍ਰੀਕੁਐਂਸੀ। ਜਿੱਦਾਂ ਇੰਡੀਆ ਦੇ ਵਿੱਚ ਕਿ 15 ਹਰਟਜ਼, ਕੋਈ ਵੀ ਆਪਾਂ ਡਿਵਾਈਸ ਦੇਖਾਂਗੇ ਉੱਥੇ 15 ਹਰਟਜ਼ 50 ਹਰਟਜ਼ ਫ੍ਰੀਕੁਐਂਸੀ ਲਿਖੀ ਹੁੰਦੀ ਆ। ਤਾਂ ਇਟ ਮੀਨਸ ਕੀ ਹੈ, ਇੱਕ ਸੈਕਿੰਡ ਦੇ ਵਿੱਚ ਉਹਦੇ ਵਿੱਚ 50 ਸਾਈਕਲ ਬਣਦੇ ਆ ਇੱਦਾਂ ਦੇ, ਠੀਕ ਹੈ ਜੀ। ਸੋ 50 ਹਰਟਜ਼ ਜਿਹੜੀ ਹੈਗੀ ਇੰਡੀਅਨ ਦੇ ਵਿੱਚ ਫ੍ਰੀਕੁਐਂਸੀ ਇਸਤੇਮਾਲ ਹੁੰਦੀ ਆ। ਸੋ ਇਹਦੇ ਜੇ ਯੂਨਿਟ ਆ ਆਪਾਂ ਲਿਖਦੇ ਹਾਂ ਹਰਟਜ਼ ਦੇ ਵਿੱਚ, ਠੀਕ ਹੈ ਜੀ, ਐਂਡ ਡਿਨੋਟ ਕਰਦੇ ਹਾਂ ਸਮਾਲ f ਦੇ ਨਾਲ।
ਨੈਕਸਟ ਇਜ਼ ਐਂਪਲੀਟਿਊਡ। ਐਂਪਲੀਟਿਊਡ ਕੀ ਹੈ? ਦ ਮੈਕਸਿਮਮ ਵੈਲਿਊ obtained ਬਾय ਦ ਅਲਟਰਨੇਟਿਵ ਕੁਆਂਟੀਟੀ ਹੈ, ਠੀਕ ਹੈ। ਜੋ ਮੈਕਸਿਮਮ ਵੈਲਿਊ ਕੀ ਸੀਗੀ, ਆਪਾਂ ਜੇ ਪਿੱਛੇ ਆਪਾਂ ਗੱਲ ਕੀਤੀ ਸੀ ਕਿ ਕਰਵ ਦੀ, ਕਰਵ ਦੇ ਵਿੱਚ ਇਸ ਤਰ੍ਹਾਂ ਮੈਕਸਿਮਮ ਵੈਲਿਊ ਮੈਕਸਿਮਮ ਵੈਲਿਊ ਆ ਰਹੀ ਸੀਗੀ, ਠੀਕ ਹੈ ਜੀ, ਆ ਵੀ ਮੈਕਸਿਮਮ ਵੈਲਿਊ ਸੀਗੀ। ਸੋ ਆ ਮੈਕਸਿਮਮ ਵੈਲਿਊ ਜਿਹੜੀ ਜਨਰੇਟ ਹੁੰਦੀ ਉਹਨੂੰ ਕਹਿੰਦੇ ਐਂਪਲੀਟਿਊਡ, ਉਹਨੂੰ ਪੀਕ ਵੈਲਿਊ ਵੀ ਕਹਿੰਦੇ ਆ, ਐਂਪਲੀਟਿਊਡ ਵੀ ਕਹਿੰਦੇ ਆ, ਠੀਕ ਹੈ ਜੀ, ਮੈਕਸਿਮਮ ਵੈਲਿਊ ਵੀ ਕਹਿੰਦੇ ਆ, 3 ਨਾਮ ਆ ਇਹਦੇ, ਠੀਕ ਹੈ ਜੀ। ਇਹ ਡਿਨੋਟ ਕਿੱਦਾਂ ਕਰਦੇ ਆ? EM ਦੇ ਨਾਲ, VM ਦੇ ਨਾਲ, IM ਦੇ ਨਾਲ, ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਪਿੱਛੇ ਇਕੁਏਸ਼ਨ ਦੇਖਿਆ, ਇਕੁਏਸ਼ਨ ਦੇ ਵਿੱਚ ਲਿਖਿਆ ਸੀ ਨਾ ਸਮਾਲ I = IM sin ωt, ਠੀਕ ਹੈ ਜੀ। ਉਹ IM ਕੀ ਸੀਗਾ? ਮੈਕਸਿਮਮ ਵੈਲਿਊ, ਐਂਪਲੀਟਿਊਡ ਵੈਲਿਊ ਆਫ ਦਾ ਅਲਟਰਨੇਟਿਵ ਕੁਆਂਟੀਟੀ, ਠੀਕ ਹੈ ਜੀ। ਸੋ ਅੱਜ ਦੇ ਲਈ ਇੰਨਾ ਹੀ, ਬਾਕੀ ਆਪਾਂ ਨੈਕਸਟ ਟਾਈਮ ਕਰਾਂਗੇ।